ਲੜੀਵਾਰ ਕਥਾ ਰਾਗ ਸੂਹੀ ਵਿੱਚ ਪੰਚਮ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਪਾਵਨ ਸ਼ਬਦਾਂ ਦੀ ਆਪ ਜੀ ਸਰਵਣ ਕਰ ਰਹੇ। ਸਰਵਣ ਕਰਨ ਤੋਂ ਪਹਿਲਾਂ ਜਗਤ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਵਿੱਚ ਧਾਰਨ ਕਰਦੇ ਹੋਇਆਂ ਹਾਜ਼ਰੀ ਲਵਾਉਂਦਿਆਂ ਆਖੋ ਜੀ ਸਤਨਾਮ ਸ਼੍ਰੀ ਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ, ਨੇਤਰ ਦੇਖੈ ਦਰਸ ਤੇਰਾ ਰਾਮ। ਰਾਗ ਸੂਹੀ ਹੈ। ਪੰਚਮ ਪਾਤਸ਼ਾਹ ਜਗਤ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ, हे ਮੇਰੇ ਪਿਆਰੇ ਸੁਆਮੀ ਜੀ, ਮੇਰੇ ਪ੍ਰੀਤਮ ਜੀ। ਪ੍ਰੀਤਮ ਜੋ ਆਪਣੀ ਨਿਜ ਆਤਮਾ ਤੋਂ ਵੀ ਵੱਧ ਪਿਆਰਾ ਹੋਵੇ ਉਹਨੂੰ ਕਹਿੰਦੇ ਨੇ ਪ੍ਰੀਤਮ। ਸ਼ਾਸਤਰਾਂ ਵਿੱਚ ਉਹਨੂੰ ਕਿਹਾ ਅਸਤੀ ਭਾਂਤੀ ਪ੍ਰਿਯ, ਜੋ ਬੜਾ ਪਿਆਰਾ ਹੈ, ਜੋ ਆਤਮਾ ਤੋਂ ਵੀ ਵੱਧ ਪਿਆਰਾ ਹੈ ਉਹਨੂੰ ਕਹਿੰਦੇ ਨੇ ਪ੍ਰੀਤਮ। ਪ੍ਰਿਯ ਆਤਮ ਇਹਦਾ ਅਰਥ ਹੋਵੇਗਾ, ਪ੍ਰਿਯ ਆਤਮ ਜੋ ਆਤਮਾ ਤੋਂ ਵੀ ਵੱਧ ਪ੍ਰਿਯ ਹੋਵੇ ਉਹਨੂੰ ਕਹਿੰਦੇ ਨੇ ਪ੍ਰੀਤਮ। ਮੇਰੇ ਪ੍ਰੀਤਮ ਪਿਆਰੇ ਪ੍ਰਭੂ ਜੀ, ਤੁਸੀਂ ਮੇਰੇ ਸੁਆਮੀ ਹੋ, ਮੇਰੇ ਮਾਲਕ ਹੋ, ਮੇਰੇ ਤੇ ਕਿਰਪਾ ਕਰੋ। ਸੁਆਮੀ ਆਪਣੇ ਸੇਵਕ ਤੇ ਕਿਰਪਾ ਕਰਦਾ ਹੀ ਹੈ ਨਾ। ਸੁਆਮੀ ਦੇ ਮਨ ਵਿੱਚ ਆਪਣੇ ਦਾਸ ਤੇ ਆਪਣੇ ਸੇਵਕ ਤੇ ਕਿਰਪਾ ਸੁਤੇ ਸਿੱਧ ਆਉਂਦੀ ਹੈ। ਮਹਾਰਾਜ ਮੇਰੇ ਤੇ ਕਿਰਪਾ ਕਰੋ ਕਿ ਮੈਂ ਆਪਣੀਆਂ ਇਹਨਾਂ ਅੱਖਾਂ ਨਾਲ, ਇਹਨਾਂ ਨੇਤਰਾਂ ਨਾਲ ਤੁਹਾਡੇ ਦਰਸ਼ਨ ਕਰਦਾ ਰਹਾ। ਨੇਤਰ ਦੇਖੈ ਦਰਸ ਤੇਰਾ ਰਾਮ। ਮਹਾਰਾਜ ਤੁਹਾਡੇ ਦਰਸ਼ਨ ਕਰਦਾ ਰਹਾ, ਇਹ ਕਿਰਪਾ ਕਰੋ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਮਹਾਰਾਜ ਜੀ ਤੁਹਾਡੇ ਦਰਸ਼ਨ ਆਪਣੇ ਨਾਲ ਨੇਤਰਾਂ ਨਾਲ ਕਰਾਂ, ਮੇਰੇ ਤੇ ਕਿਰਪਾ ਕਰੋ, ਇਹ ਤਰਸ ਕਰੋ। ਜਿੰਨੀ ਦੇਰ ਤੱਕ ਇਸ ਤਨ ਚ ਮਹਾਰਾਜ ਜੀ ਜਿੰਦ ਹੈ, ਪ੍ਰਾਣ ਹਨ, ਇਹ ਤਰਸ ਕਰੋ ਕਿ ਤੁਹਾਡੇ ਦਰਸ਼ਨ ਹੁੰਦੇ ਰਹਿਣ। ਇਹ ਰਹਿਮਤ ਕਰੋ ਕਿ ਮੈਂ ਆਪਣੇ ਨਾਲ ਨੇਤਰਾਂ ਨਾਲ, ਅੱਖਾਂ ਨਾਲ ਤੁਹਾਡੇ ਦਰਸ਼ਨ ਕਰਦਾ ਰਹਾ। ਇਹ ਤਰਸ, ਇਹ ਕਿਰਪਾ ਮੇਰੇ ਤੇ ਕਰੋ। ਲੱਖ ਜਿਹਵਾ ਦੇਹੋ ਮੇਰੇ ਪਿਆਰੇ, ਮੁਖ ਹਰਿਆ ਰਾਧੇ ਮੇਰਾ ਰਾਮ। ਮਹਾਰਾਜ ਇੱਕ ਜੀਭਾ ਨਾਲ ਜਪਦਿਆਂ ਨਾ ਸੰਤੁਸ਼ਟੀ ਨਹੀਂ ਹੁੰਦੀ। ਕਿਰਪਾ ਕਰੋ ਮੈਨੂੰ ਲੱਖਾਂ ਜੀਭਾਂ ਦੇ ਦਿਓ। ਮੈਂ ਆਪਣੀਆਂ ਉਹਨਾਂ ਲੱਖਾਂ ਜੀਭਾਂ ਨਾਲ, ਜਿੰਨੀਆਂ ਜੀਭਾਂ ਮਿਲਣ, ਹਰ ਮੂੰਹ ਨਾਲ, ਹਰ ਜੀਭ ਨਾਲ ਮੈਂ ਤੁਹਾਡੇ ਅੰਮ੍ਰਿਤ ਨਾਮ ਦੀ ਆਰਾਧਨਾ ਕਰਾਂ, ਮੇਰੇ ਤੇ ਤਰਸ ਕਰ ਦਿਓ। ਕੀ ਇਹ ਸੰਭਵ ਹੈ ਕਿ ਸਰੀਰ ਤੇ ਲੱਖਾਂ ਜੀਭਾਂ ਆ ਸਕਦੀਆਂ ਨੇ? ਕੀ ਐਸਾ ਸੰਭਵ ਹੈ? ਮਹਾਪੁਰਸ਼ ਮਹਾਤਮਾ ਕਹਿੰਦੇ ਹਾਂ ਇਹ ਸੰਭਵ ਹੈ। ਸਰੀਰ ਤੇ ਕਰੋੜਾਂ ਦੀ ਗਿਣਤੀ ਚ ਰੋਮ ਨੇ। ਉਹ ਸਾਰੇ ਰੋਮ ਜੇਬਾਂ ਦਾ ਰੂਪ ਧਾਰਨ ਕਰ ਲੈਂਦੇ ਆ ਸਾਧਕਾਂ ਦੇ। ਜਿਵੇਂ ਜਿਵੇਂ ਉਹ ਗੁਰਮੰਤਰ ਦੇ ਅਭਿਆਸੀ ਹੁੰਦੇ ਚਲੇ ਜਾਂਦੇ ਨੇ ਤਾਂ ਉਹਨਾਂ ਦਾ ਰੋਮ ਰੋਮ ਉਸ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਧਿਆਉਂਦਾ। ਤੇ ਫਿਰ ਤਾਂ ਲੱਖਾਂ ਜੀਬਾਂ ਆਪੇ ਹੀ ਹੋ ਗਈਆਂ ਨਾ। ਪਰ ਇਹ ਵੀ ਪਰਮੇਸ਼ਰ ਦੇ ਤਰਸ ਤੋਂ, ਅਕਾਲ ਪੁਰਖ ਦੀ ਕਿਰਪਾ ਤੋਂ ਪ੍ਰਾਪਤ ਹੁੰਦੀਆਂ ਨੇ।
ਉਹਦੇ ਤਰਸ ਤੋਂ ਬਿਨਾਂ, ਉਹਦੀ ਕਿਰਪਾ ਤੋਂ ਬਿਨਾਂ ਨਹੀਂ। ਇਸ ਕਰਕੇ ਕਹਿੰਦੇ ਮਹਾਰਾਜ ਮੈਨੂੰ ਲੱਖਾਂ ਜੀਭਾਂ ਦੇ ਦਿਓ ਮਹਾਰਾਜ, ਮੈਂ ਆਪਣੀਆਂ ਉਹਨਾਂ ਲੱਖਾਂ ਜੀਭਾਂ ਦੇ ਨਾਲ ਹਰ ਮੂੰਹ ਨਾਲ ਤੁਹਾਡੇ ਅੰਮ੍ਰਿਤ ਨਾਮ ਦੀ ਆਰਾਧਨਾ ਕਰਾਂ। ਮੁਖ ਹਰ ਆਰਾਧੇ ਮੇਰਾ RAM, हे ਮੇਰੇ RAM, ਮੇਰਾ ਮੁਖ ਤੁਹਾਡੇ ਨਾਮ ਦੀ ਆਰਾਧਨਾ ਕਰੇ। ਹਾਂਜੀ, ਹਰ ਆਰਾਧੇ ਜਮ ਪੰਥ ਸਾਧੇ, ਦੁਖ ਨਾ ਵਿਆਪੈ ਕੋਈ। ਜਦੋਂ ਹਰੀ ਦੀ ਆਰਾਧਨਾ ਕਰੀਏ ਤਾਂ ਜਮਾਂ ਦਾ ਜਿਹੜਾ ਰਸਤਾ ਉਹ ਸਿੱਧ ਕਰ ਲਈਦਾ। ਸਿੱਧ ਕਰ ਲਈਦਾ ਕਿ ਮਤਲਬ ਹੈ ਵੀ ਉਸ ਰਸਤੇ ਤੇ ਚੱਲ ਕੇ ਜਾਈਦਾ ਜਿਸ ਰਸਤੇ ਜੰਮ ਆਉਂਦੇ ਹੀ ਨਹੀਂ। ਹਰੀ ਦੀ ਆਰਾਧਨਾ ਕਰਨ ਵਾਲੇ ਉਸ ਰਸਤੇੋਂ ਜਾਂਦੇ ਨੇ ਜਿਸ ਰਸਤੇ ਜੰਮ ਨਹੀਂ ਆਉਂਦੇ। ਉਹ ਆਪਣੇ ਜੰਮਾਂ ਵਾਲੇ ਉਸ ਰਸਤੇ ਨੂੰ ਸਾਧ ਲੈਂਦੇ। ਹਰ ਆਰਾਧੇ ਜਮ ਪੰਥ ਸਾਧੇ, ਜੰਮਾਂ ਦੇ ਰਸਤੇ ਨੂੰ ਸਾਧ ਲੈਂਦੇ ਆ। ਉਹਨਾਂ ਨੂੰ ਫਿਰ ਜਨਮ ਤੇ ਮਰਨ ਦਾ ਕੋਈ ਵੀ ਦੁੱਖ ਨਹੀਂ ਵਿਆਪਦਾ। ਜਿਹੜੇ ਹਰੀ ਦੇ ਨਾਮ ਦੀ ਆਰਾਧਨਾ ਕਰਦੇ ਨੇ, ਕਿਸੇ ਵੀ ਪ੍ਰਕਾਰ ਦਾ ਦੁੱਖ ਉਹਨਾਂ ਨੂੰ ਨਹੀਂ ਵਿਆਪਦਾ। ਜਲ ਥਲ ਮਹੀਲ ਪੂਰਨ ਸੁਆਮੀ, ਜਤ ਦੇਖਾ ਤਤ ਸੋਈ। ਜਲ ਵਿੱਚ, ਥਲ ਧਰਤੀ ਵਿੱਚ, ਮਹੀ ਧਰਤੀ ਨੂੰ ਵੀ ਕਹਿੰਦੇ, ਅਲ ਆਕਾਸ਼ ਵਿੱਚ, ਸਰਬ ਥਾਵਾਂ ਵਿੱਚ ਮੇਰਾ ਸੁਆਮੀ ਪੂਰਨ ਹੈ। ਮੈਂ ਜਿੱਥੇ ਵੇਖਦਾ ਹਾਂ ਤਤ ਸੋਈ, ਉੱਥੇ ਹੀ ਉਹ ਹਾਜ਼ਰ ਹੈ। ਜਹ ਜਹ ਪੇਖੋਂ ਤਹ ਹਜੂਰ, ਜਿੱਥੇ ਵੇਖਦਾ ਉੱਥੇ ਹਾਜ਼ਰ ਹੈ। ਸੰਸਾਰ ਦਾ ਕੋਈ ਕੋਨਾ ਐਸਾ ਨਹੀਂ ਜਿੱਥੇ ਉਹ ਨਾ ਹੋਵੇ। ਉਹ ਸਰਬ ਥਾਈਂ ਵਿਆਪਕ ਹੈ। ਜਿੱਥੇ ਵੇਖਦਾ ਹਾਂ ਉੱਥੇ ਹੀ ਹਾਜ਼ਰ ਹੈ। ਭਰਮ ਮੋਹ ਬੇਕਾਰ ਨਾਠੇ, ਪ੍ਰਭ ਨਿਰਹੂ ਤੇ ਨੇਰਾ। ਕਹਿੰਦੇ ਮੇਰੇ ਹਿਰਦੇ ਦੇ ਭਰਮ ਮੋਹ ਆਦਿਕ ਵਿਕਾਰ ਨੱਠ ਗਏ ਨੇ, ਜਿਨ੍ਹਾਂ ਦੇ ਨੱਠਣ ਤੋਂ ਬਾਅਦ ਮੈਂ ਵੇਖਿਆ ਕਿ ਮੇਰਾ ਪ੍ਰਭੂ ਨੇੜੇ ਤੋਂ ਵੀ ਨੇੜੇ ਹੈ। ਜਿਹੜਾ ਭਰਮ ਸੀ ਨਾ, ਇਹ ਨਹੀਂ ਸੀ ਵੇਖਣ ਦਿੰਦਾ। ਮੋਹ ਆਦਿਕ ਜਿਹੜੇ ਵਿਕਾਰ ਸਨ, ਇਹ ਨਹੀਂ ਸਨ ਵੇਖਣ ਦਿੰਦੇ। ਜਿਸ ਦਿਨ ਮੇਰੇ ਹਿਰਦੇ ਚੋਂ ਭਰਮ ਤੇ ਮੋਹ ਆਦਿਕ ਵਿਕਾਰ ਨੱਠ ਗਏ, ਮੈਂ ਆਪਣੇ ਪ੍ਰਭੂ ਨੂੰ ਨੇੜੇ ਤੋਂ ਨੇੜੇ ਕਰਕੇ ਵੇਖ ਲਿਆ ਕਿ ਉਹ ਪ੍ਰਭੂ ਮੇਰੇ ਨੇੜੇ ਤੋਂ ਨੇੜੇ ਹੈ। ਨੇੜਹੂ ਤੇ ਨੇਰਾ, ਨੇੜੇ ਤੋਂ ਨੇੜੇ ਹੈ। ਨਾਨਕ ਕਉ ਪ੍ਰਭ ਕਿਰਪਾ ਕੀਜੈ, ਨੇਤਰ ਦੇਖੈ ਦਰਸ ਤੇਰਾ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ, हे ਪ੍ਰਭੂ ਮੇਰੇ ਤੇ ਕਿਰਪਾ ਕਰੋ ਕਿ ਮੈਂ ਆਪਣੇ ਇਹਨਾਂ ਨੇਤਰਾਂ ਨਾਲ, ਇਹਨਾਂ ਅੱਖਾਂ ਨਾਲ ਤੁਹਾਡੇ ਦਰਸ਼ਨ ਕਰਦਾ ਰਹਾ, ਤੁਹਾਡੇ ਦੀਦਾਰ ਕਰਦਾ ਰਹਾ। ਇਹ ਤਰਸ, ਇਹ ਕਿਰਪਾ ਮਹਾਰਾਜ ਜੀ ਸਾਡੇ ਤੇ ਕਰੋ। ਕੋਟ ਕਰਨ ਦੀਜੈ ਪ੍ਰਭ ਪ੍ਰੀਤਮ, ਹਰ ਗੁਣ ਸੁਣੀਐ ਅਬਿਨਾਸੀ RAM। ਮਹਾਰਾਜ ਜੀ ਮੈਨੂੰ ਕਰੋੜਾਂ ਕੰਨ ਦੇ ਦਿਓ। ਕਰਨ ਦਾ ਇੱਥੇ ਅਰਥ ਹੈ ਕੰਨ। ਕਈ ਥਾਵਾਂ ਤੇ ਕਰਨ ਸ਼ਬਦ ਦਾ ਮਤਲਬ ਹੁੰਦਾ ਕਰਨ ਵਾਲਾ। ਇੱਥੇ ਕਰਨ ਦਾ ਅਰਥ ਹੈ ਸਰਵਣ, ਕੰਨ। ਤੇ ਜਿੱਥੇ ਕਰਨ ਪਾਂਡਵਾਂ ਦੇ ਭਰਾ ਵਾਸਤੇ ਵੀ ਵਰਤਿਆ ਸ਼ਬਦ ਕਰਨ, ਤੋ ਇੱਕੋ ਸ਼ਬਦ ਪ੍ਰਕਰਣਾਂ ਦੇ ਮੁਤਾਬਕ ਕਈ ਅਰਥ ਬਣਾ ਲੈਂਦਾ ਹੈ। हे ਪ੍ਰਭੂ ਮੈਨੂੰ ਕਰੋੜਾਂ ਕੰਨ ਦੇ ਦਿਓ। ਇਹਨਾਂ ਦੋ ਕੰਨਾਂ ਨਾਲ ਸੁਣ ਸੁਣ ਕੇ ਤਾਂ ਮਨ ਮਹਾਰਾਜ ਰਜਦਾ ਨਹੀਂ। ਮੇਰਾ ਚਿੱਤ ਕਰਦਾ ਕਿ ਮੇਰੇ ਕਰੋੜਾਂ ਕੰਨ ਹੋਣ ਤੇ ਉਹਨਾਂ ਕੰਨਾਂ ਨਾਲ, हे ਮੇਰੇ ਪ੍ਰਭੂ ਪ੍ਰੀਤਮ ਜੀ, ਮੈਂ ਤੁਹਾਡਾ ਜਸ ਤੇ ਤੁਹਾਡੇ ਗੁਣ ਸੁਣੀ ਜਾਵਾਂ। ਕਰੋੜਾਂ ਕੰਨ ਦੇ ਦਿਓ। ਕਰੋੜਾਂ ਕੰਨ, ਕਰੋੜਾਂ ਸ਼ਰਵਣ ਦੇ ਦਿਓ। ਐਸੇ ਪੁਰਾਣਾਂ ਵਿੱਚ ਬਹੁਤ ਕਥਨ ਆਉਂਦੇ ਆ, ਕਿਤਨੇ ਕਿਤਨੇ ਮਹਾਪੁਰਸ਼ ਰਿਸ਼ੀ ਮੁਨੀ ਜਿਨ੍ਹਾਂ ਦਾ ਕਰਮ ਇਹ ਹੈ ਕਿ ਉਹ ਅੱਠੇ ਪੈਰ ਪ੍ਰਭੂ ਦੇ ਗੁਣ ਸੁਣੀ ਜਾਂਦੇ ਨੇ, ਸੁਣੀ ਜਾਂਦੇ ਨੇ। ਪਰ ਸੁਣ ਸੁਣ ਕੇ
ਉਸ ਪ੍ਰਭੂ ਦੇ ਗੁਣਾਂ ਨੂੰ ਰੀਝਦੇ ਨੇ, ਪ੍ਰਸੰਨ ਹੁੰਦੇ ਨੇ। ਹਨੂਮਾਨ ਨਾਟਕ ਗ੍ਰੰਥ ਮਹਾਰਾਜ ਜਗਤ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਕਵੀਆਂ ਪਾਸੋਂ ਲਿਖਵਾਇਆ। ਅਨੁਵਾਦ ਕਰਾਇਆ। ਉਹਦੇ ਚ ਲਿਖਦੇ, ਸ਼ੇਸ਼ ਕਹਿੰਦਾ, ਤੂੰ ਮੈਨੂੰ 1000 ਜੀਭਾਂ ਦੇ ਦਿੱਤੀਆਂ ਨੇ ਬ੍ਰਹਮਾ, ਮੈਂ ਸੁਣਿਆ ਤੂੰ ਬਣਾਉਣਾ ਸਾਰਿਆਂ ਨੂੰ, ਸ੍ਰਿਸ਼ਟੀ ਦੀ ਰਚਨਾ ਤੂੰ ਕਰਦਾ, ਮੈਨੂੰ 1000 ਜੀਭਾਂ ਦੇ ਦਿੱਤੀਆਂ ਨੇ ਪਰ ਕੰਨ ਇੱਕ ਵੀ ਨਹੀਂ ਦਿੱਤਾ, ਕਿਉਂਕਿ ਸੱਪ ਦੇ ਕੰਨ ਨਹੀਂ ਹੁੰਦੇ, ਤੂੰ ਕੰਨ ਇੱਕ ਵੀ ਨਹੀਂ ਦਿੱਤਾ ਮੈਨੂੰ। ਜੇ ਤੂੰ ਮੈਨੂੰ ਕੰਨ ਦੇ ਦਿੰਦਾ ਤਾਂ ਮੈਂ ਵੀ ਤਾਂ ਉਸ ਭਗਵਾਨ ਦੀ ਸਿਫਤ ਸੁਣਦਾ ਨਾ। ਤੂੰ ਇਹ ਦਵੰਜ ਮੇਰੇ ਨਾਲ ਕਿਉਂ ਕੀਤਾ? ਸਭ ਨੂੰ ਕੰਨ ਦਿੱਤੇ ਨੇ, ਜੀਵਾਂ ਜਨਤਾ ਨੂੰ, ਮੈਨੂੰ ਕਿਉਂ ਨਹੀਂ ਦਿੱਤੇ? ਇਹ ਕਾਣੀ ਵੰਡ ਤੂੰ ਮੇਰੇ ਨਾਲ ਕਿਉਂ ਕੀਤੀ? ਨਾਲੇ ਤੂੰ ਬ੍ਰਹਮਾ ਹੈ, ਨਾਲੇ ਕਾਣੀ ਵੰਡ ਕਰਦਾ। ਤੇਰੇ ਲਈ ਤਾਂ ਸਾਰੇ ਸਮਾਨ ਹੋਣੇ ਚਾਹੀਦੇ ਨੇ। ਸਭ ਜੀ ਜਨਤਾ ਨੂੰ ਤੂੰ ਕੰਨ ਦੇ ਦਿੱਤੇ ਨੇ, ਮੈਨੂੰ ਕਿਉਂ ਨਹੀਂ ਦਿੱਤੇ? ਮੇਰਾ ਵੀ ਚਿੱਤ ਕਰਦਾ ਸੀ ਮੈਂ ਭਗਵਾਨ ਦੀ ਸਿਫਤ ਸੁਣਾ। ਤੇ ਬ੍ਰਹਮਾ ਕਹਿੰਦਾ, ਸ਼ੇਸ਼ ਗੁੱਸਾ ਨਾ ਕਰ, ਇਹ ਕਾਵਿ ਦੀਆਂ ਉਡਾਰੀਆਂ ਹੁੰਦੀਆਂ ਨੇ। ਕਵੀ ਨੂੰ ਖੁੱਲ ਹੁੰਦੀ ਹੈ ਜਿੰਨੀ ਮਰਜ਼ੀ ਉੱਚੀ ਉਡਾਰੀ ਮਾਰੇ। ਆਦਿ ਉਕਤੀ ਅਲੰਕਾਰ ਦੀ ਵਰਤੋਂ ਕਰਨੀ ਪਵੇ ਤਾਂ ਕਵੀ ਕਰਦੇ ਨੇ, ਕਿਉਂਕਿ ਉਹਨਾਂ ਨੇ ਸਿਧਾਂਤ ਪੇਸ਼ ਕਰਨਾ ਹੁੰਦਾ। ਸ਼ੰਕਾ ਕਰਨ ਵਾਲਾ ਕਹਿ ਹੀ ਸਕਦਾ ਨਾ ਵੀ ਜਦੋਂ ਬ੍ਰਹਮਾ ਬੋਲੇਗਾ ਤੇ ਸ਼ਿਵ ਸ਼ੇਸ਼ ਸੁਣੇਗਾ ਕਿਵੇਂ ਜੋ ਉਹਦੇ ਕੰਨ ਹੀ ਨਹੀਂ ਹਨ। ਪਰ ਕੇਵਲ ਇੱਕ ਪਕਸ਼ ਹੀ ਲਿਆ ਜਾ ਰਿਹਾ ਉਦਾਹਰਣ ਦਾ। ਬ੍ਰਹਮਾ ਕਹਿੰਦਾ, ਸ਼ੇਸ਼ ਮੈਂ ਤੈਨੂੰ ਕੰਨ ਇਸ ਕਰਕੇ ਨਹੀਂ ਦਿੱਤੇ ਕਿ ਦੁਨੀਆ 'ਚ ਐਸਾ ਕੋਈ ਵਿਅਕਤੀ ਨਹੀਂ ਹੈ ਜੋ ਭਗਵਾਨ ਦਾ ਨਾਮ ਸੁਣੇ, ਭਗਵਾਨ ਦੀ ਸਿਫਤ ਸੁਣੇ, ਭਗਵਾਨ ਦੇ ਗੁਣਗਾਨ ਸੁਣੇ ਤੇ ਆਪਣਾ ਮਸਤੀ 'ਚ ਸੀਸ ਨਾ ਹਿਲਾਵੇ। ਦੁਨੀਆ 'ਚ ਐਸਾ ਕੋਈ ਵਿਅਕਤੀ ਨਹੀਂ ਜੇ ਪ੍ਰਭੂ ਦੇ ਗੁਣ ਸੁਣੇ ਤੇ ਉਹਦੇ ਗੁਣ ਸੁਣਨ ਤੋਂ ਬਾਅਦ ਉਹ ਆਪਣਾ ਮਸਤੀ 'ਚ ਸੀਸ ਨਾ ਹਿਲਾਵੇ। ਬਦੋ ਬਦੀ ਉਹਦਾ ਸੀਸ ਹੁਲਦਾ ਤੇ ਕਹਿੰਦਾ ਵਾਹ। ਤੇ ਜੇ ਮੈਂ ਤੈਨੂੰ ਕੰਨ ਦੇ ਦਿੰਦਾ, ਧਰਤੀ ਤੂੰ ਸਿਰ ਤੇ ਚੁੱਕੀ ਹੋਈ ਹੈ, ਤੂੰ ਵੀ ਜਦੋਂ ਆਪਣੇ ਕੰਨਾਂ ਨਾਲ ਭਗਵਾਨ ਦੀ ਸਿਫਤ ਸੁਣਦਾ ਤੇ ਸੁਣ ਕੇ ਤੂੰ ਆਪਣਾ ਸਿਰ ਹਿਲਾਣਾ ਸੀ ਤੇ ਧਰਤੀ ਗਰਕ ਹੋ ਜਾਣੀ ਸੀ। ਇਸ ਕਰਕੇ ਨਹੀਂ ਦਿੱਤੇ ਤੈਨੂੰ ਕੰਨ। ਇਹ ਕਾਰਨ ਕਹਿਣ ਤੋਂ ਭਾਵ, ਸ਼ਰਵਣਾ ਨਾਲ ਜਦੋਂ ਕੋਈ ਪ੍ਰਭੂ ਦਾ ਜਸ ਸੁਣਦਾ ਹੈ, ਨਿਰੰਕਾਰ ਦੀ ਸਿਫਤ ਸੁਣਦਾ ਤਾਂ ਸੁਣ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦੀ ਮਸਤੀ ਵਿੱਚ ਮਸਤ ਹੋ ਜਾਂਦਾ। ਤੇ ਜਦੋਂ ਮਸਤ ਹੁੰਦਾ ਪਰਮੇਸ਼ਰ ਦੇ ਗੁਣਾਂ ਨੂੰ ਸੁਣਦਿਆਂ ਤਾਂ ਕਹਿੰਦਾ, ਹੇ ਪ੍ਰਭੂ, ਇਹ 2 ਕੰਨ ਦੇ ਕੇ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ, ਥੋੜੇ ਦਿੱਤੇ ਆ, ਮੈਨੂੰ ਕਰੋੜਾਂ ਕੰਨ ਦੇ ਦੇ ਤੇ ਮੈਂ ਆਪਣੇ ਹਰ ਇੱਕ ਸ਼ਰਵਣ ਨਾਲ ਤੇਰੇ ਗੁਣਾਂ ਨੂੰ ਸੁਣੀ ਜਾਵਾਂ। ਕੋਟ ਕਰਨ ਦੀਜਹਿ ਪ੍ਰਭ ਪ੍ਰੀਤਮ, ਹਰ ਗੁਣ ਸੁਣੀਐ ਅਬਨਾਸੀ ਰਾਮ। ਕਰੋੜਾਂ ਕੰਨ ਹੋਣ, ਕਰੋੜਾਂ ਸ਼ਰਵਣ ਹੋਣ ਤੇ ਮੈਂ ਆਪਣੇ ਕਰੋੜਾਂ ਸ਼ਰਵਣਾਂ ਨਾਲ, ਹੇ ਮੇਰੇ ਮਾਲਕ ਜੀ, ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਤੁਹਾਡੇ ਗੁਣਾਂ ਨੂੰ ਸੁਣਾ, ਤੁਹਾਡੀਆਂ ਸਿਫਤਾਂ ਨੂੰ ਸੁਣਾ। ਹਾਂਜੀ। ਸੁਣ ਸੁਣ ਇਹੋ ਮਨ ਨਿਰਮਲ ਹੋਵੈ, ਕਟਿਐ ਕਾਲ ਕੀ ਫਾਸੀ ਰਾਮ। ਸੁਣ ਸੁਣ ਕੇ ਮੇਰਾ ਇਹ ਮਨ ਨਿਰਮਲ ਹੋ ਰਿਹਾ ਹੈ। ਹਰੀ ਗੁਣਾਂ ਨੂੰ ਸੁਣਨ ਦਾ ਲਾਭ ਦੱਸਦੇ ਨੇ ਹੁਣ ਨਾਲ। ਜਿਵੇਂ ਜਿਵੇਂ ਵਾਹਿਗੁਰੂ ਦੇ ਗੁਣ ਸੁਣੀਏ ਤਾਂ ਇਹ ਮਨ ਨਿਰਮਲ ਹੁੰਦਾ, ਇਹ ਮਨ ਪਵਿੱਤਰ ਹੁੰਦਾ। ਸੁਣ ਸੁਣ ਇਹੋ ਮਨ ਨਿਰਮਲ ਹੋਵੇ,
ਜਿਵੇਂ ਜਿਵੇਂ ਸੁਣੀਏ ਮਨ ਨਿਰਮਲ ਹੁੰਦਾ ਚਲਿਆ ਜਾਂਦਾ। ਕਟਿਆ ਕਾਲ ਕੀ ਫਾਂਸੀ, ਰਾਮ ਇੱਥੇ ਹੀ ਬਸ ਨਹੀਂ, ਨਿਰੰਕਾਰ ਦੇ ਗੁਣਾਂ ਨੂੰ ਸੁਣ ਕੇ ਕਾਲ ਦੀ ਫਾਈ ਵੀ ਕੱਟੀ ਜਾਂਦੀ ਹੈ। ਕਾਲ ਫਾਂਸ ਤੋਂ ਮਹਾਰਾਜ ਜੀ ਉਭਾਰ ਲੈਂਦੇ ਐ, ਬਚਾ ਲੈਂਦੇ ਆ, ਰੱਖ ਲੈਂਦੇ ਐ। ਫਾਂਸੀ, ਕਾਲ ਦੀ ਫਾਈ ਤਾਂ ਸਾਰਿਆਂ ਦੇ ਗਲਾਂ 'ਚ ਹੈ ਨਾ, ਪਰ ਜਦੋਂ ਕੋਈ ਪਰਮੇਸ਼ਰ ਦੇ ਗੁਣਾਂ ਨੂੰ ਸੁਣਦਾ ਹੈ ਤਾਂ ਉਹ ਇਸ ਕਾਲ ਦੀ ਫਾਂਸੀ ਤੋਂ ਬਚ ਜਾਂਦਾ। ਹਾਂਜੀ। ਕਟਿਐ ਜਮ ਫਾਸੀ, ਸਿਮਰ ਅਬਿਨਾਸੀ, ਸਗਲ ਮੰਗਲ ਸੋ ਗਿਆਨਾ। ਪਾਤਸ਼ਾਹ ਕਹਿੰਦੇ ਜੰਮਾਂ ਦੀ ਫਾਂਸੀ ਕੱਟੀ ਜਾਂਦੀ ਹੈ। ਕਿਵੇਂ ਕੱਟੀ ਜਾਂਦੀ ਹੈ? ਸਿਮਰ ਅਬਿਨਾਸੀ, ਅਬਿਨਾਸੀ ਪਰਮੇਸ਼ਰ ਨੂੰ ਸਿਮਰ ਕੇ ਕੱਟੀ ਜਾਂਦੀ। ਜਿਵੇਂ ਜਿਵੇਂ ਉਸ ਅਬਿਨਾਸੀ ਵਾਹਿਗੁਰੂ ਨੂੰ ਸਿਮਰੀਏ, ਉਹਨੂੰ ਸਿਮਰ ਸਿਮਰ ਕੇ ਜੰਮਾਂ ਦੀ ਫਾਂਸੀ ਕੱਟੀ ਜਾਂਦੀ ਹੈ। ਔਰ ਸਗਲ ਮੰਗਲ ਸੋ ਗਿਆਨਾ, ਕਹਿੰਦੇ ਜਦੋਂ ਕੋਈ ਪਰਮੇਸ਼ਰ ਦਾ ਸਿਮਰਨ ਕਰਦਾ ਹੈ ਉਹਨੂੰ ਸਰਬ ਮੰਗਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਖੁਸ਼ੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ। ਜਦੋਂ ਸੋ ਗਿਆਨਾ ਮਹਾਰਾਜ ਜੀ ਨੇ ਸ਼ਬਦ ਵਰਤਿਆ ਨਾ, ਗਿਆਨਾ ਤੋਂ ਪਹਿਲਾਂ ਸੱਸੇ ਨੂੰ ਔਂਕੜ ਲਾ ਦਿੱਤੀ ਹੈ। ਸੋ ਗਿਆਨਾ, ਇਹਦਾ ਮਤਲਬ ਹੈ ਸ੍ਰੇਸ਼ਟ ਗਿਆਨ, ਸਰਵੋਤਮ ਗਿਆਨ। ਗਿਆਨ ਤਾਂ ਬਹੁਤ ਹੈ ਸੰਸਾਰ 'ਚ, ਬੜੇ ਬੜੇ ਜੀਵਾਂ ਨੂੰ ਗਿਆਨ ਹੁੰਦਾ, ਬੜੇ ਬੜੇ ਗਿਆਨ ਦੀਆਂ ਬਾਤਾਂ, ਬੜੀ ਉਹਨਾਂ ਦੀ ਜਿਹੜੀ ਆਮ ਕਰਕੇ ਸਮਾਜ ਦਾ ਬੜਾ ਗਿਆਨ ਹੁੰਦਾ, ਉਹਨਾਂ ਨੂੰ ਕਿੱਥੇ ਕੀ ਹੁੰਦਾ, ਕੀ ਹੋ ਰਿਹਾ। ਪਰ ਸ੍ਰੇਸ਼ਟ ਗਿਆਨ ਤਾਂ ਬ੍ਰਹਮ ਗਿਆਨ ਹੀ ਹੈ ਨਾ। ਇਸ ਕਰਕੇ ਮਹਾਰਾਜ ਜੀ ਨੇ ਇੱਥੇ ਵਿਸ਼ੇਸ਼ਣ ਲਾਇਆ। ਸੋ ਇਹ ਵਿਸ਼ੇਸ਼ਣ ਲਾਇਆ ਗਿਆਨ ਦੇ ਨਾਲ ਕਿ ਵਿਸ਼ੇਸ਼ ਗਿਆਨ, ਬ੍ਰਹਮ ਗਿਆਨ। ਜਦੋਂ ਕੋਈ ਹਰੀ ਦੇ ਅੰਮ੍ਰਿਤ ਨਾਮ ਨੂੰ ਆਰਾਧਦਾ ਹੈ, ਧਿਆਉਂਦਾ ਹੈ, ਉਹਦੀ ਜੰਮਾਂ ਦੀ ਫਾਂਸੀ ਕੱਟੀ ਜਾਂਦੀ ਹੈ। ਜਿੱਥੇ ਉਹਨੂੰ ਮੰਗਲ ਖੁਸ਼ੀਆਂ ਦੀ ਪ੍ਰਾਪਤੀ ਹੁੰਦੀ ਹੈ, ਉੱਥੇ ਉਹਨੂੰ ਸ੍ਰੇਸ਼ਟ ਗਿਆਨ ਪ੍ਰਾਪਤ ਹੁੰਦਾ ਹੈ। ਸ੍ਰੇਸ਼ਟ ਇੱਕ ਦੁਨੀਆਦਾਰੀ ਦਾ ਗਿਆਨ ਹੁੰਦਾ, ਇਕੱਠਾ ਕੀਤਾ, ਕੋਈ ਕਿਤਾਬਾਂ ਚੋਂ ਇਕੱਠਾ ਕੀਤਾ, ਕੁਝ ਪੁਸਤਕਾਂ ਚੋਂ ਇਕੱਠਾ ਕੀਤਾ, ਕੁਝ ਲੋਕਾਂ ਦੀ ਸੰਗਤ ਚੋਂ ਇਕੱਠਾ ਕੀਤਾ। ਉਹ ਗਿਆਨ ਤਾਂ ਬਾਹਰ ਦਾ ਹੀ, ਆਪਣਾ ਨਿੱਜੀ ਗਿਆਨ ਤਾਂ ਨਹੀਂ ਹੈ ਨਾ, ਝੂਠਾ ਗਿਆਨ ਹੈ ਜਿਹੜਾ ਕਿਸੇ ਦਾ। ਨਿਜ ਦਾ ਗਿਆਨ ਤਾਂ ਆਪਣੇ ਆਪੇ ਦਾ ਗਿਆਨ ਹੈ ਨਾ, ਉਹ ਤਾਂ ਸ਼ਬਦ ਦੀ ਸਾਧਨਾ ਦੁਆਰਾ ਪ੍ਰਗਟ ਹੁੰਦਾ, ਸ਼ਬਦ ਦੀ ਕਮਾਈ ਦੁਆਰਾ ਪ੍ਰਗਟ ਹੁੰਦਾ। ਜਿਵੇਂ ਜਿਵੇਂ ਕੋਈ ਸਤਿਗੁਰਾਂ ਦੇ ਦਿੱਤੇ ਸ਼ਬਦ ਦੀ ਸਾਧਨਾ ਕਰਦਾ ਹੈ, ਉਸ ਸਾਧਨਾ ਦੁਆਰਾ ਉਹ ਸ੍ਰੇਸ਼ਟ ਗਿਆਨ ਉਤਪਨ ਹੁੰਦਾ ਹੈ। ਹਰ ਹਰ ਜਪ ਜਪੀਐ ਦਿਨ ਰਾਤੀ, ਲਾਗੈ ਸਹਿਜ ਧਿਆਨਾ। ਪਾਤਸ਼ਾਹ ਕਹਿੰਦੇ ਹਰੀ ਦਾ ਅੰਮ੍ਰਿਤ ਜਾਪ, ਹਰ ਹਰ ਜਪ, ਹਰੀ ਹਰੀ ਦਾ ਜਿਹੜਾ ਜਪ ਹੈ, ਜਪੀਐ ਉਹਨੂੰ ਜਪੋ, ਦਿਨ ਰਾਤੀ, ਰਾਤ ਦਿਨ ਜਪੋ, ਅਠੇ ਪਹਿਰ ਜਪੋ, ਦਿਨ ਰਾਤੀ ਆਰਾਧਿਓ ਪਿਆਰਾ। ਉਹਨੂੰ ਰਾਤ ਦਿਨ ਆਰਾਧੋ, ਰਾਤ ਦਿਨ ਜਪੋ। ਤੇ ਜਿਹੜੇ ਰਾਤ ਦਿਨ ਉਸ ਦੇ ਜਾਪ ਨੂੰ ਜਪਦੇ ਨੇ, ਲਾਗੈ ਸਹਿਜ ਧਿਆਨਾ, ਉਹਦਾ ਫਿਰ ਸਹਿਜ 'ਚ ਧਿਆਨ ਲੱਗ ਜਾਂਦਾ ਹੈ। ਸਹਿਜ ਉਹ ਅਵਸਥਾ ਹੈ ਜਿਸ ਨੂੰ ਮੇਰੇ ਗੁਰਦੇਵ ਨੇ ਤੁਰੀਆ ਦੀ ਉਪਾਧੀ ਦਿੱਤੀ। ਸਹਿਜ ਉਹ ਅਵਸਥਾ ਹੈ ਜਿੱਥੇ ਜਾ ਕੇ ਕੋਈ ਫੁਰਨਾ ਕਫੁਰਨਾ ਨਹੀਂ ਉੱਠਦਾ। ਸਹਿਜ ਉਹ ਅਵਸਥਾ ਹੈ ਜਿੱਥੇ ਨਿਰੋਲ ਟਿਕਾ ਹੈ, ਟਿਕਾ ਅਬ ਚਲ ਪਕਦੀ। ਕਹਿੰਦੇ ਜਿਵੇਂ ਜਿਵੇਂ ਜਪੋਗੇ ਤੁਹਾਡਾ ਉਸ ਸਹਿਜ ਵਿੱਚ ਧਿਆਨ ਲੱਗੇਗਾ। ਅਡੋਲਤਾਈ ਦੀ ਜਿਹੜੀ ਅਵਸਥਾ ਹੈ ਉੱਥੇ ਜਾ ਕੇ ਤੁਸੀਂ ਟਿਕੋਗੇ। ਕਲਮਲ ਦੁਖ ਜਾਰੇ ਪ੍ਰਭੂ ਚਿਤਾਰੇ, ਮਨ ਕੀ ਦੁਰਮਤ ਨਾਸੀ। ਕਹਿੰਦੇ ਜਦੋਂ ਆਰਾਧਨਾ ਕਰੋਗੇ ਤਾਂ ਤੁਹਾਡੇ ਜਿਤਨੇ ਕਲ ਮਲ ਨੇ, ਕਲਯੁਗ ਦੇ ਪਾਪ ਨੇ, ਉਹ ਸੜ ਕੇ ਖਾਕ ਹੋ ਜਾਣਗੇ, ਸੁਆਹ ਹੋ ਜਾਣਗੇ। ਕਲ ਮਲ ਜਾਰੇ, ਕਲ ਮਲ ਦੁੱਖ ਜਾਰੇ, ਕਿਉਂਕਿ ਜਿਹੜੇ ਦੁੱਖ ਨੇ ਉਹ ਪਾਪਾਂ ਦਾ ਫਲ ਨੇ ਨਾ। ਇਸ ਕਰਕੇ ਕਹਿੰਦੇ ਜੇ
ਪਾਪ ਹੀ ਸੜ ਗਏ ਤਾਂ ਦੁੱਖ ਵੀ ਸੜ ਜਾਣਗੇ। ਪ੍ਰਭੂ ਚਿਤਾਰੇ, ਪ੍ਰਭੂ ਨੂੰ ਚੇਤੇ ਕੀਤਿਆਂ ਪਾਪ ਸੜ ਜਾਂਦੇ ਹਨ। ਮਨ ਕੀ ਦੁਰਮਤ ਨਾਸੀ, ਰੱਬ ਨੂੰ ਚੇਤੇ ਕੀਤਿਆਂ ਜਿਹੜੀ ਮਨ ਦੀ ਖੋਟੀ ਮਤ ਹੈ ਉਹ ਵੀ ਨਸ ਜਾਂਦੀ ਹੈ, ਉਹਦਾ ਵੀ ਨਾਸ ਹੋ ਜਾਂਦਾ ਹੈ। ਕਹੋ ਨਾਨਕ ਪ੍ਰਭ ਕਿਰਪਾ ਕੀਜੈ, ਹਰ ਗੁਣ ਸੁਣਿਆ ਹੈ ਅਵਿਨਾਸੀ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਰੱਬ ਜੀ, ਪ੍ਰਭੂ ਜੀ ਸਾਡੇ ਤੇ ਕਿਰਪਾ ਕਰੋ। ਹੇ ਅਬਿਨਾਸੀ ਸਾਹਿਬ ਜੀ, ਅਸੀਂ ਤੁਹਾਡੇ ਗੁਣਾਂ ਨੂੰ ਸੁਣੀਏ, ਸਾਡੇ ਤੇ ਕਿਰਪਾ ਕਰ ਦਿਓ। ਸਾਨੂੰ ਆਪਣੇ ਗੁਣ ਸੁਣਨ ਦਾ ਬਲ ਬਖਸ਼ੋ ਮਹਾਰਾਜ। ਆਪਣੀ ਬਾਣੀ ਦਾ ਕੀਰਤਨ ਸੁਣਨ ਦਾ, ਕਥਾ ਸੁਣਨ ਦਾ, ਗੁਰਬਾਣੀ ਸੁਣਨ ਦਾ ਸਾਨੂੰ ਬਲ ਬਖਸ਼ੋ ਮਹਾਰਾਜ, ਇਹ ਕਿਰਪਾ ਕਰੋ। ਹਾਂਜੀ। ਕਰੋੜ ਹਸਤ ਤੇਰੀ ਟਹਿਲ ਕਮਾਵਹਿ, ਚਰਨ ਚੱਲਹਿ ਪ੍ਰਭ ਮਾਰਗ ਰਾਮ। ਸੇਵਾ ਕਰਨ ਵਾਲਾ ਜਿਹੜਾ ਸੇਵਕ ਹੈ ਨਾ ਆਪਣੇ ਗੁਰੂ ਦੀ, ਉਹ ਕਹਿੰਦਾ ਵਾਹਿਗੁਰੂ ਕੀ ਕਰਾਂ, ਹਾਥੀ ਦੋ ਨੇ, ਜੇ ਮੈਨੂੰ ਕਰੋੜਾਂ ਹੱਥ ਦੇ ਦੇਵੇਂ ਤੇ ਮੈਂ ਆਪਣੇ ਕਰੋੜਾਂ ਹੱਥਾਂ ਨਾਲ ਤੁਹਾਡੀ ਟਹਿਲ ਕਮਾਵਾਂ। ਕੀ ਕਰਾਂ, ਦੋ ਹੱਥ ਨੇ, ਸੇਵਾ ਕਰਦੇ ਰੱਜਦਾ ਨਹੀਂ ਹਾਂ। ਕਰੋੜਾਂ ਹੱਥ ਦੇ ਦੇ ਮੇਰੇ ਮਾਲਕਾ, ਮੈਂ ਆਪਣੇ ਕਰੋੜਾਂ ਹੱਥਾਂ ਨਾਲ ਤੇਰੀ ਸੇਵਾ ਕਰਾਂ, ਤੇਰੀ ਟਹਿਲ ਕਮਾਵਾਂ। ਕਰੋੜ ਹਸਤ ਤੇਰੀ ਟਹਿਲ ਕਮਾਵਹਿ, ਕਰੋੜਾਂ ਹੱਥ ਹੋਣ ਤੇ ਉਹ ਤੇਰੀ ਟਹਿਲ ਕਮਾਉਣ, ਤੇਰੀ ਸੇਵਾ ਕਰਨ। ਚਰਨ ਚਲਹਿ ਪ੍ਰਭ ਮਾਰਗ ਰਾਮ, ਤੇ ਮੇਰੇ ਜਿਹੜੇ ਚਰਨ ਨੇ, ਪੈਰ ਨੇ, ਹੇ ਪ੍ਰਭੂ ਇਹ ਤੇਰੇ ਮਾਰਗ ਤੇ ਚੱਲਣ, ਮੇਰੇ ਤੇ ਕਿਰਪਾ ਕਰ ਦਿਓ। ਤੁਹਾਡੇ ਰਾਹ ਤੇ ਟੁਰਨ, ਤੁਹਾਡੇ ਦੱਸੇ ਮਾਰਗ ਤੇ ਚੱਲਣ। ਜਦੋਂ ਚੱਲਣ ਤੇ ਉਦੋਂ ਉਸ ਰਾਹ ਤੇ ਚੱਲਣ ਮਹਾਰਾਜ ਜਿਹੜਾ ਰਾਹ ਤੁਸੀਂ ਸਾਨੂੰ ਦਸਾਇਆ। ਵਾਹਿਗੁਰੂ। ਸਤਿ ਸ੍ਰੀ ਅਕਾਲ। ਹੇ ਮੇਰੇ ਮਾਲਕ ਜੀ, ਪ੍ਰਭੂ ਜੀ ਸਾਡੇ ਤੇ ਕਿਰਪਾ ਕਰ ਦਿਓ। ਚਰਨ ਚਲੋ ਮਾਰਗ ਗੋਬਿੰਦ, ਆਪਣੇ ਮਾਲਕ ਦੇ ਦੱਸੇ ਹੋਏ ਰਾਹ ਦੇ ਉੱਤੇ ਚਰਨਾਂ ਨਾਲ ਚੱਲੀਏ। ਸਤਿਗੁਰਾਂ ਦੇ ਦਰ ਘਰ ਨੂੰ ਚੱਲ ਕੇ ਆਉਨੇ ਆ ਨਾ, ਤਾਂ ਇਹ ਚੱਲਣਾ ਸਫਲਾ ਹੈ, ਇਹ ਪੁੱਟਿਆ ਹਰ ਇੱਕ ਕਦਮ ਸਫਲਾ ਹੈ, ਸਕਾਰਥਾ ਹੈ ਜਦੋਂ ਤੁਸੀਂ ਆਪਣੇ ਮਾਲਕ ਦੇ ਘਰ ਵੱਲ ਚੱਲ ਕੇ ਆਉਂਦੇ। ਜਦੋਂ ਕਿਸੇ ਤੇ ਪਰਉਪਕਾਰ ਕਰਨ ਵਾਸਤੇ ਚੱਲ ਕੇ ਜਾਂਦੇ ਹੋ ਨਾ, ਸਮਝ ਲਓ ਉਹ ਗੁਰੂ ਦਾ ਦੱਸਿਆ ਹੋਇਆ ਮਾਰਗ ਹੈ ਜਿਹਦੇ ਤੇ ਤੁਸੀਂ ਟੁਰ ਪਏ। ਜਦੋਂ ਭਲਾ ਕਰਨ ਵਾਸਤੇ ਚਰਨਾਂ ਨਾਲ ਉੱਠ ਕੇ ਜਾਓ ਕਿਤੇ, ਤਾਂ ਸਮਝ ਲਓ ਇਹ ਗੁਰੂ ਦਾ ਦੱਸਿਆ ਹੋਇਆ ਰਾਹ ਹੈ ਜਿਹਦੇ ਤੇ ਤੁਸੀਂ ਟੁਰ ਪਏ ਹੋ, ਚੱਲ ਪਏ ਹੋ। ਮਹਾਰਾਜ ਮੇਰੇ ਤੇ ਤਰਸ ਕਰੋ ਕਿ ਮੈਂ ਆਪਣਿਆਂ ਚਰਨਾਂ ਨਾਲ ਪ੍ਰਭੂ ਦੇ ਮਾਰਗ ਤੇ ਚੱਲਾਂ। ਭਵ ਸਾਗਰ ਨਾਵ ਹਰ ਸੇਵਾ, ਜੋ ਚੜ੍ਹੈ ਤਿਸ ਤਾਰਗ ਰਾਮ। ਇਹ ਭਵ ਸਾਗਰ ਹੈ ਨਾ, ਸਮੁੰਦਰ ਹੈ ਇਹ ਸੰਸਾਰ, ਸਮੁੰਦਰ ਤੋਂ ਘੱਟ ਨਹੀਂ ਹੈ, ਇਹ ਭਵ ਸਾਗਰ ਹੀ ਹੈ ਨਾ, ਸਮੁੰਦਰ ਹੀ। ਹਰ ਵੇਲੇ ਇਹਦੇ ਚ ਕੁਝ ਨਾ ਕੁਝ ਹੋ ਰਿਹਾ, ਤਾਂ ਇਹਨੂੰ ਕਹਿੰਦੇ ਆ ਭਵ ਸਾਗਰ। ਤੋ ਐਸੇ ਭਵ ਸਾਗਰ ਤੋਂ ਤਰਨ ਵਾਸਤੇ ਜਹਾਜ਼ ਹੈ ਪਰਮੇਸ਼ਰ ਦਾ ਅੰਮ੍ਰਿਤ ਨਾਮ। ਭਵ ਸਾਗਰ ਨਾਵ ਹਰ ਸੇਵਾ, ਹਰੀ ਦੀ ਸੇਵਾ ਯਾਨੀ ਕਿ ਹਰੀ ਨੂੰ ਸੇਵਣਾ, ਹਰੀ ਨੂੰ ਜਪਣਾ। ਉਹ ਇਸ ਭਵ ਸਾਗਰ ਤੋਂ ਤਰਨ ਲਈ ਬੇੜੀ ਹੈ, ਕਿਸ਼ਤੀ ਹੈ, ਜਹਾਜ਼ ਹੈ। ਜਿਹੜਾ ਇਹਦੇ ਤੇ ਚੜ੍ਹਦਾ, ਜੋ ਚੜ੍ਹੈ ਤਿਸ ਤਾਰਗ ਰਾਮ, ਤਾਰਗ ਰਾਮ। ਉਹਨੂੰ ਇਸ ਬੇੜੀ ਤੇ ਚੜਨ ਤੋਂ ਬਾਅਦ ਪਾਰ ਉਤਾਰੇ ਦੀ ਪ੍ਰਾਪਤੀ ਹੋਣੀ ਹੋਣੀ ਹੈ, ਇਹ ਅਵਸ਼ ਹੈ, ਇਹਦੇ ਚ ਕੋਈ ਦੋ ਰਾਏ ਨਹੀਂ। ਉਹ ਅਵਸ਼ ਤਰੇਗਾ ਜਿਹੜਾ ਇਸ ਬੇੜੀ ਤੇ ਚੜੇਗਾ, ਜਿਹੜਾ ਇਸ ਜਹਾਜ਼ ਤੇ ਚੜੇਗਾ, ਕਿਉਂਕਿ ਇਸ ਜਹਾਜ਼ ਦੇ ਮਲਾਹ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਹਨ। ਵਾਹਿਗੁਰੂ। ਉਹ ਅਵਸ਼ ਤਰੇਗਾ ਜਿਹੜਾ ਇਸ ਜਹਾਜ਼ ਤੇ ਚੜੇਗਾ। ਵਾਹਿਗੁਰੂ ਨਾਮ ਜਹਾਜ਼ ਹੈ,
ਵਾਹਿਗੁਰੂ ਨਾਮ ਜਹਾਜ ਹੈ, ਵਾਹਿਗੁਰੂ ਨਾਮ ਜਹਾਜ ਹੈ, ਵਾਹਿਗੁਰੂ ਨਾਮ ਜਹਾਜ ਹੈ। ਚੜੇ ਸੋ ਤਰੇ ਪਾਰ, ਚੜੇ ਸੋ ਤਰੇ ਪਾਰ, ਚੜੇ ਸੋ ਤਰੇ ਪਾਰ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਜੋ ਸ਼ਰਧਾ ਕਰ ਸੇਵੰਦੇ, ਜੋ ਸਰਦਾ ਕਰ ਸੇਵੰਦੇ, ਜੋ ਸਰਦਾ ਕਰ ਸੇਵੰਦੇ। ਗੁਰ ਪਾਰ ਉਤਾਰਨ ਹਾਰ, ਗੁਰ ਪਾਰ ਉਤਾਰਨ ਹਾਰ, ਪਾਰ ਉਤਾਰਨ ਹਾਰ, ਗੁਰ ਪਾਰ ਉਤਾਰਨ ਹਾਰ। ਮਹਾਰਾਜ ਜੀ ਕਹਿੰਦੇ ਜਿਹੜਾ ਇਸ ਭਾਈ ਨਾਮ ਰੂਪੀ ਜਹਾਜ਼ ਤੇ ਚੜ੍ਹੇਗਾ ਉਸ ਨੂੰ ਸਾਹਿਬ ਜੀ ਤਾਰਨਗੇ। ਭਵ ਜਲ ਤਰਿਆ ਹਰ ਹਰ ਸਿਮਰਿਆ, ਸਗਲ ਮਨੋਰਥ ਪੂਰੇ। ਕਹਿੰਦੇ ਉਹ ਭਵਜਲ ਤੋਂ ਤਰ ਜਾਂਦਾ ਜਿਹੜਾ ਹਰੀ ਹਰੀ ਨੂੰ ਸਿਮਰਦਾ ਹੈ, ਇਹ ਸੰਸਾਰ ਤੋਂ ਤਰ ਜਾਂਦਾ ਹੈ ਜਿਹੜਾ ਹਰੀ ਨੂੰ ਸਿਮਰਦਾ ਹੈ, ਔਰ ਉਹਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਆ, ਉਹਦੀਆਂ ਸਾਰੀਆਂ ਕਾਮਨਾਵਾਂ, ਉਹਦੇ ਸਾਰੇ ਮਨੋਰਥ ਸਤਿਗੁਰੂ ਜੀ ਪੂਰਨ ਕਰ ਦਿੰਦੇ ਹਨ। ਮਹਾ ਬੇਕਾਰ ਗਏ ਸੁਖ ਉਪਜੇ, ਬਾਜੇ ਅਨਹਦ ਤੂਰੇ। ਇੱਥੇ ਬਸ ਨਹੀਂ, ਉਹਦੇ ਅੰਦਰੋਂ ਵਿਕਾਰ ਚਲੇ ਜਾਂਦੇ ਨੇ। ਮਹਾ ਵਿਕਾਰ ਗਏ, ਮਹਾ ਵਿਕਾਰ ਉਹਦੇ ਅੰਦਰੋਂ ਚਲੇ ਗਏ। ਸੁਖ ਉਪਜੇ, ਉਹਦੇ ਅੰਦਰ ਸੁਖ ਉਪਜਦਾ ਹੈ। ਬਾਜੇ ਅਨਹਦ ਤੂਰੇ, ਉਹਦੇ ਅੰਦਰ ਇੱਕ ਰਸ ਨਿਰੰਤਰ ਲਗਾਤਾਰ ਬਿਨਾਂ ਰੁਕਿਆ ਸਤਿਗੁਰਾਂ ਦੇ ਸ਼ਬਦ ਦੇ ਤੂਰੇ ਵੱਜ ਪੈਂਦੇ ਆ, ਸਾਜ਼ ਵੱਜ ਪੈਂਦੇ ਆ, ਅਨਹਦ ਨਾਦ ਵੱਜ ਪੈਂਦੇ ਆ। ਜੋ ਸਤਿਗੁਰਾਂ ਦਾ ਪਾਵਨ ਸ਼ਬਦ ਹੈ ਇਹ ਇੱਕ ਰਸ ਉਹਨਾਂ ਦੇ ਹਿਰਦੇ 'ਚ ਚੱਲ ਪੈਂਦਾ ਹੈ। ਮਨ ਬਾਸ਼ਤ ਫਲ ਪਾਏ ਸਗਲੇ, ਕੁਦਰਤ ਕੀਮ ਅਪਾਰਗ। ਪਾਤਸ਼ਾਹ ਕਹਿੰਦੇ ਉਹਨਾਂ ਨੂੰ ਮਨ ਬਾਂਛਿਤ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਸਾਰੇ ਫਲ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਹਨ। ਉਸ ਅਪਾਰ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਇਹ ਕੁਦਰਤ ਹੈ ਨਾ, ਸ਼ਕਤੀ, ਇਹ ਵੀ ਅਪਾਰ ਹੈ। ਉਹਦੀ ਸ਼ਕਤੀ ਅਪਾਰ ਹੈ ਤੇ ਆਪ ਤਾਂ ਉਹ ਅਪਾਰ ਹੈ ਹੀ ਹੈ, ਉਹਦੀ ਕੁਦਰਤ ਦਾ ਹੀ ਪਾਰ ਨਹੀਂ ਹੈ ਨਾ। ਉਹਦੀ ਕੁਦਰਤ ਦਾ ਵੀ ਹਾਲੇ ਤੱਕ ਅੰਤ ਨਹੀਂ ਪੈ ਸਕਿਆ, ਤਾਂ ਉਹ ਆਪ ਵੀ ਬੇਅੰਤ ਹੈ, ਉਹਦੀ ਕੁਦਰਤ ਵੀ ਅਪਾਰ ਹੈ। ਕਹੋ ਨਾਨਕ ਪ੍ਰਭ ਕਿਰਪਾ ਕੀਜੈ, ਮਨ ਸਦਾ ਚੱਲੈ ਤੇਰੇ ਮਾਰਗ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹੈ ਪ੍ਰਭੂ ਮੇਰੇ ਤੇ ਕਿਰਪਾ ਕਰੋ ਕਿ ਮੇਰਾ ਜਿਹੜਾ ਇਹ ਮਨ ਹੈ ਨਾ ਇਹ ਸਦਾ ਤੇਰੇ ਰਾਹ ਤੇ ਚੱਲੇ। ਚੱਲਦਾ ਤਾਂ ਮਨ ਹੀ ਹੈ ਨਾ, ਪਰਮਾਰਥ ਦੇ ਰਸਤੇ ਤੇ ਤਾਂ ਮਨ ਨਹੀਂ ਟੁਰਨਾ। ਹੇ ਪ੍ਰਭੂ ਮੇਰੇ ਤੇ ਕਿਰਪਾ ਕਰੋ ਕਿ ਮੇਰਾ ਇਹ ਮਨ ਤੁਹਾਡੇ ਮਾਰਗ ਤੇ ਤੁਹਾਡੇ ਰਾਹ ਤੇ ਚੱਲੇ, ਨਹੀਂ ਤਾਂ ਮਹਾਰਾਜ ਜੀ ਚਿੱਕੜ ਤੇ ਡੁੱਬਦਾ ਫਿਰਦਾ, ਚਿੱਕੜ ਵਿੱਚ ਹੀ ਗਰਕ ਹੁੰਦਾ ਫਿਰਦਾ ਵਿਸ਼ੇ ਵਿਕਾਰਾਂ ਦੇ। ਪਾਤਸ਼ਾਹ ਤੁਸੀਂ ਇਹ ਕਿਰਪਾ ਕਰੋ ਕਿ ਮੇਰਾ ਇਹ ਮਨ ਤੁਹਾਡੇ ਮਾਰਗ ਤੇ ਤੁਹਾਡੇ ਰਸਤੇ ਤੇ ਚੱਲੇ। ਇਹੋ ਵਰ ਇਹਾ ਵਡਿਆਈ, ਇਹੋ ਤਨ ਹੋਏ ਵਡ ਭਾਗਾ ਰਾਮ। ਮਹਾਰਾਜ ਇਹ ਵਰ ਦਿਓ, ਇਹ ਵਡਿਆਈ ਦਿਓ, ਮੇਰੇ ਲਈ ਇਹੀ ਵਡਿਆਈ ਹੈ, ਮੇਰੇ ਲਈ ਇਹੀ ਸਭ ਤੋਂ ਵੱਡਾ ਧਨ ਹੈ। ਜੇ ਤੁਸੀਂ ਮੈਨੂੰ ਦੇ ਦਿਓ ਨਾ ਇਹ ਨਾਮ ਧਨ, ਤਾਂ ਮਹਾਰਾਜ ਮੇਰੇ ਵਾਸਤੇ ਹੀ ਸਭ ਤੋਂ ਵੱਡੇ ਭਾਗ ਨੇ। ਕੋਈ ਕਹਿੰਦਾ ਜੀ ਫਲਾਣੇ ਦੇ ਬੜੇ ਵੱਡੇ ਭਾਗ ਨੇ, ਉਹਦੇ ਕੋਲ ਆਹ ਚੀਜ਼ ਹੈ, ਉਹਦੇ ਕੋਲ ਆਹ ਵਸਤੂ ਹੈ। ਮਹਾਰਾਜ ਮੇਰੇ ਵੱਡੇ ਭਾਗ ਉਦੋਂ ਹੋਣੇ ਨੇ ਜਦੋਂ ਤੁਸੀਂ ਮੈਨੂੰ ਆਹ ਨਾਮ ਧਨ ਦੀ ਵਡਿਆਈ ਬਖਸ਼ ਦਿਓਗੇ। ਜਿਹਦੇ ਕੋਲ ਨਾਮ ਹੈ ਨਾ ਗੁਰੂ ਜੀ ਪਰਮੇਸ਼ਰ ਦਾ, ਅਕਾਲ ਪੁਰਖ ਜੀ ਦਾ,
ਉਹਦੇ ਦੁਨੀਆ ਵਿੱਚ ਸਭ ਤੋਂ ਵੱਡੇ ਭਾਗ ਹਨ। ਹਾਂਜੀ, ਇਹੋ ਰੰਗ ਇਹੋ ਰਸ ਭੋਗਾ, ਹਰ ਚਰਣੀ ਮਨ ਲਾਗਾ ਰਾਮ। ਹਰੀ ਦੇ ਚਰਨਾਂ ਨਾਲ ਮੇਰਾ ਮਨ ਲੱਗਾ ਹੈ, ਮੇਰੇ ਲਈ ਇਹੀ ਸਭ ਤੋਂ ਵੱਡਾ ਰਸ ਹੈ। ਹਰੀ ਦੇ ਚਰਨਾਂ ਨਾਲ ਮੇਰਾ ਮਨ ਲੱਗਾ ਹੈ, ਮੇਰੇ ਲਈ ਇਹੀ ਸਭ ਤੋਂ ਵੱਡਾ ਭੋਗ ਹੈ। ਰਸ ਵੀ ਇਹ ਹੈ ਤੇ ਭੋਗ ਵੀ। ਮੈਨੂੰ ਦੁਨੀਆ ਦੇ ਹੋਰ ਰਸਾਂ ਭੋਗਾਂ ਦੀ ਲੋੜ ਹੀ ਨਹੀਂ ਰਹੀ, ਇੱਛਾ ਹੀ ਨਹੀਂ ਰਹੀ। ਹਰੀ ਦੇ ਅੰਮ੍ਰਿਤ ਨਾਮ ਦੇ ਰੰਗ ਦੇ ਵਿੱਚ ਜਦੋਂ ਮੇਰਾ ਮਨ ਰੰਗਿਆ ਗਿਆ ਤੇ ਮੇਰੇ ਲਈ ਇਹੀ ਦੁਨੀਆ ਦੇ ਸਭ ਰਸ ਭੋਗ ਨੇ। ਸਭ ਰਸ ਮਿੱਠੇ ਮੰਨੀਆਂ, ਸੁਣਿਆ ਸਾ ਲੋਣੇ। ਉਹਦੇ ਨਾਮ ਨੂੰ ਮੰਨ ਲਈਏ ਤੇ ਮੇਰੇ ਲਈ ਇਹ ਮਿੱਠੇ ਪਦਾਰਥ ਨੇ, ਉਹਦੇ ਅੰਮ੍ਰਿਤ ਨਾਮ ਨੂੰ ਸੁਣੀਏ ਤੇ ਮੇਰੇ ਲਈ ਇਹ ਸਲੂਣੇ ਪਦਾਰਥਾਂ ਦਾ ਸਵਾਦ ਹੈ। ਇੱਥੇ ਪਾਤਸ਼ਾਹ ਕਹਿ ਰਹੇ ਨੇ, ਇਹੋ ਰੰਗ ਮੇਰੇ ਲਈ ਸਭ ਤੋਂ ਵੱਡਾ ਰੰਗ ਵੀ ਇਹੀ ਹੈ। ਇਹੋ ਰਸ ਭੋਗਾ, ਇਹੀ ਦੁਨੀਆ ਦੇ ਰਸਾਂ ਦਾ ਭੋਗ ਹੈ ਕਿ ਹਰ ਚਰਣੀ ਮਨ ਲਾਗਾ ਰਾਮ। ਕਿ ਜਿਹੜਾ ਹਰੀ ਦੇ ਚਰਨਾਂ ਨਾਲ ਮੇਰਾ ਮਨ ਲੱਗਾ ਹੋਇਆ, ਹਰੀ ਦੇ ਚਰਨਾਂ ਨਾਲ ਮਨ ਜੁੜਿਆ ਹੋਇਆ। ਮਨ ਲਾਗਾ ਚਰਣੇ ਪ੍ਰਭ ਕੀ ਸਰਣੇ, ਕਾਰਣ ਕਾਰਣ ਗੋਪਾਲਾ। ਮੇਰਾ ਮਨ ਲੱਗਾ ਹੈ ਪ੍ਰਭੂ ਦੇ ਚਰਨਾਂ ਵਿੱਚ, ਉਹਦੀ ਮੈਂ ਸ਼ਰਨ ਵਿੱਚ ਹਾਂ। ਐਸੇ ਪ੍ਰਭੂ ਦੀ ਸ਼ਰਨ ਵਿੱਚ ਹਾਂ ਜੋ ਕਰਨ ਵਾਲਾ ਵੀ ਹੈ ਔਰ ਸਾਰੇ ਜਗਤ ਦਾ ਕਾਰਨ ਵੀ ਹੈ। ਔਰ ਗੋਪਾਲਾ ਸੰਸਾਰ ਦੇ ਸਮਸਤ ਜੀਵਾਂ ਨੂੰ ਪਾਲਣੇ ਵਾਲਾ, ਪਾਲਣਹਾਰ ਹੈ। ਸਭ ਕਿਛ ਤੇਰਾ ਤੂੰ ਪ੍ਰਭ ਮੇਰਾ, ਮੇਰੇ ਠਾਕੁਰ ਦੀਨ ਦਇਆਲਾ। ਇਹ ਮੇਰੇ ਠਾਕੁਰ, ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਪ੍ਰਭੂ, ਮੇਰੇ ਕੋਲ ਜੋ ਹੈ ਸਭ ਕੁਝ ਤੇਰਾ ਹੈ। ਸਭ ਕੁਛ ਤੇਰਾ ਤੂੰ ਪ੍ਰਭ ਮੇਰਾ, ਸਭ ਕੁਝ ਤੇਰਾ, ਤੂੰ ਮੇਰਾ ਪ੍ਰਭੂ ਹੈ। ਜੋ ਸਾਡੇ ਵਿੱਚ ਹੈ ਉਸੇ ਦਾ ਹੀ ਹੈ ਨਾ। ਕੀ ਹੈ ਸਾਡੇ ਵਿੱਚ ਜੋ ਉਸ ਦਾ ਹੈ? ਉਹ ਹੈ ਉਹਦੀ ਆਤਮਾ, ਉਹਦੀ ਚੇਤਨਾ। ਉਹਦੀ ਚੇਤਨਾ ਫਿਰ ਉਸੇ ਦੀ ਹੈ ਨਾ, ਦਿੱਤੀ ਹੋਈ ਹੈ ਤੇ ਚੱਲ ਰਹੇ ਹਾਂ। ਜਦੋਂ ਖਿੱਚ ਲਏਗਾ ਤਾਂ ਢਹਿ ਢੇਰੀ ਹਾਂ। ਬਾਕੀ ਜੋ ਕੁਝ ਹੈ ਇਹ ਤਾਂ ਸਭ ਮਿਥਿਆ ਨਾ, ਕਲਪਨਾ ਹੀ ਹੈ। ਸਰੀਰ ਵੀ ਕਲਪਨਾ, ਸਰੀਰ ਨਾਲ ਜੁੜਿਆ ਜੋ ਕੁਝ ਵੀ ਹੈ ਸਭ ਕਲਪਨਾ, ਮਿਥਿਆ। हे ਪ੍ਰਭੂ, ਸਭ ਕੁਝ ਤੇਰਾ, ਸਭ ਕੁਝ ਤੇਰਾ ਹੈ ਜੋ ਮੇਰੇ ਅੰਦਰ ਹੈ, ਆਤਮਾ ਚੇਤਨਾ। ਤੂੰ ਮੇਰਾ ਪ੍ਰਭੂ ਹੈ, ਤੂੰ ਮੇਰਾ ਹੈ। ਜੇ ਮੇਰਾ ਕੁਝ ਹੈ ਉਹ ਵੀ ਤੂੰ ਹੈ। ਤੂੰ ਠਾकुर ਹੈ, ਦੀਨਾ ਤੇ ਦਇਆ ਕਰਨ ਵਾਲਾ ਦਿਆਲੂ ਹੈ। ਮੋਹਿ ਨਿਰਗੁਣ ਪ੍ਰੀਤਮ ਸੁਖ ਸਾਗਰ, ਸੰਤ ਸੰਗ ਮਨ ਜਾਗਾ। ਮਹਾਰਾਜ, ਮੈਂ ਨਿਰਗੁਣਿਆਰਾ ਹਾਂ, ਤੁਸੀਂ ਮੇਰੇ ਪ੍ਰੀਤਮ ਹੋ, ਸੁੱਖਾਂ ਦੇ ਸਮੁੰਦਰ ਹੋ। ਸੰਤ ਜਨਾਂ ਦੀ ਸੰਗਤ ਕਰਕੇ ਮੇਰਾ ਮਨ ਜਾਗਿਆ, ਮੈਨੂੰ ਸੋਝੀ ਆਈ ਹੈ। ਮਨ ਜਾਗੇ ਦਾ ਭਾਵ ਸੋਝੀ ਆ ਗਈ ਹੈ ਜਦੋਂ ਸਾਧੂਆਂ ਦੀ ਸੰਗਤ ਕੀਤੀ, ਸਤਿਪੁਰਸ਼ਾਂ ਦੀ ਸੰਗਤ ਕੀਤੀ, ਨਹੀਂ ਤਾਂ ਸੁੱਤੇ ਜ਼ਿੰਦਗੀ ਲੰਘ ਚੱਲੀ ਸੀ। ਮੈਂ ਜਾਗਿਆ ਹਾਂ ਉਸ ਦਿਨ ਜਿਸ ਦਿਨ ਨਾਮ ਰੰਗਿਆਂ ਦੀ ਸੰਗਤ ਮਿਲੀ। ਮੈਂ ਜਾਗਿਆ ਹਾਂ ਉਸ ਦਿਨ ਜਿਸ ਦਿਨ ਸਤਿਪੁਰਸ਼ਾਂ ਦੀ ਸੰਗਤ ਮਿਲੀ। ਸੰਤ ਜਨਾਂ ਦੀ ਸੰਗਤ ਕਰਕੇ ਮੇਰਾ ਇਹ ਮਨ ਜਾਗਿਆ ਹੈ। ਕਹੋ ਨਾਨਕ ਪ੍ਰਭ ਕਿਰਪਾ ਕੀਨੀ, ਚਰਨ ਕਮਲ ਮਨ ਲਾਗਾ। ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਨੂੰ ਸਿੱਖਾਂ ਨੇ ਪੁੱਛਿਆ, ਮਹਾਰਾਜ ਜਾਗਿਆ ਹੋਇਆ ਮਨਾਂ ਦੀ ਨਿਸ਼ਾਨੀ ਕੀ ਹੈ? ਤੇ ਮੇਰੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਫਰਮਾਉਂਦੇ, ਮਨ ਜਾਗੈ ਕੀ ਇਹ ਨਿਸ਼ਾਨੀ, ਪ੍ਰਿਆ ਲਾਗੈ ਸਤਿਗੁਰ ਕੀ ਬਾਣੀ। ਜਾਗੇ ਹੋਏ ਮਨਾਂ ਦੀ ਨਿਸ਼ਾਨੀ ਹੈ ਕਿ ਉਹਨਾਂ ਨੂੰ ਗੁਰੂ ਕੀ ਬਾਣੀ ਪਿਆਰੀ ਲੱਗਦੀ ਹੈ। ਕਹੋ ਨਾਨਕ ਪ੍ਰਭ ਕਿਰਪਾ ਕੀਨੀ, ਮੇਰੇ ਪ੍ਰਭੂ ਨੇ ਮੇਰੇ ਤੇ ਕਿਰਪਾ ਕੀਤੀ ਹੈ। ਪੰਜਵੇਂ ਪਾਤਸ਼ਾਹ ਕਹਿੰਦੇ, ਚਰਨ ਕਮਲ ਮਨ ਲਾਗਾ, ਮੇਰਾ ਮਨ ਉਹਦੇ ਚਰਨ ਕਮਲਾਂ ਦੇ ਰੰਗ ਵਿੱਚ ਲੱਗ ਗਿਆ, ਉਹਦੇ ਚਰਨ ਕਮਲਾਂ ਦੇ ਨਾਲ ਜੁੜ ਗਿਆ ਹੈ। ਐਸੀ ਕਿਰਪਾ, ਐਸੀ ਦਇਆ ਮੇਰੇ ਪ੍ਰਭੂ ਜੀ ਨੇ ਸਾਡੇ ਤੇ ਕੀਤੀ ਹੈ।
ਇਹ ਵੀ ਗੁਣ ਹੈ ਨਾ, ਐਸੋ ਗੁਣ मेरो प्रभ जी कीन। ये भी मेरे प्रभु का गुण है, उपकार है, तरस है, दया है। सतगुरु जी कृपा करन, साडा गाविया सुनिया थाए पवे। गुरु की बाणी अगाध बोध है, विचारां करदियां होइयां भुलां चुकां दी खिमा। वाहिगुरु 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 जी का खालसा वाहिगुरु जी की फतेह।